ਤੇ ਸੰਗਤ ਦੀ ਇਜਾਜ਼ਤ ਨਾਲ ਕਲਾਸ ਨੂੰ ਚਾਲੂ ਕਰਦੇ ਆ। ਔਰ ਅੱਜ 56ਵੀਂ ਕਲਾਸ ਹੈ, 56th ਕਲਾਸ ਇਸ ਗੁਰੂ ਨਾਨਕ ਦੀ ਫੁਲਵਾੜੀ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਰੋਜ਼ ਬਰ ਰੋਜ਼ ਗਿਆਨੀ ਬਣਨ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ। ਗਿਆਨਹੀਨ ਪੁਰਸ਼ ਗਿਆਨੀ ਬਣ ਕੇ ਕਿਤੇ ਅਸੀਂ ਅਗਿਆਨਤਾ ਵੱਲ ਨਾ ਚਲੇ ਜਾਈਏ। ਕਈ ਵਾਰੀ ਕਹਿੰਦੇ ਬਈ ਇਜ਼ ਇਗਨੋਰੈਂਸ ਬਲਿਸ ਔਰ ਇਗਨੋਰੈਂਸ ਇਜ਼ ਅ ਮਿਥ ਔਰ ਇਟ ਟੇਕਸ ਯੂ ਨੋਵੇਅਰ। ਦੋਨਾਂ ਨੂੰ ਸਾਂਝ ਕਰਕੇ ਗਿਆਨ ਨੂੰ ਸਮਝ ਸੂਝ ਕੇ ਅਸੀਂ ਅਗਰ ਆਪਣੇ ਮਨ ਦੀ ਚੇਤਨਾ ਵਿੱਚ ਉਹਨੂੰ ਵਸਾ ਲਈਏ ਤੇ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਇਸੀ ਲੜੀ ਵਾਂਗ ਸਾਨੂੰ ਇਟਸ ਲਾਈਕ ਐਡੋਲ ਮਾਈਂਡਸ ਜੋ ਇਹਨਾਂ ਦਾ ਇੱਕ ਇਤਨਾ ਉਪਰਾਲਾ ਉਹ ਅੱਜ ਸਾਨੂੰ ਲਾਈਫ ਮੋਡਿਊਲ ਦੇ ਵਿੱਚ ਲੈ ਕੇ ਜਾਣਗੇ। ਔਰ ਜਿਹਦੇ ਵਿੱਚ ਮੈਂ ਕਹਾਂਗਾ ਅੱਜ ਦਾ ਜੋ ਇਤਨਾ ਇੰਟਰਸਟਿੰਗ ਟੌਪਿਕ ਇਨਟੂ ਦੀ ਕਨਫਿਊਜ਼ਨ of our lifestyle, life issues and everything put together। और ਉਹਦੇ ਵਿੱਚ ਭਰਮੇ ਭੂਲਾ ਦਹਿ ਦਿਸ ਧਾਵੈ, ਮਤਲਬ ਕਿਤਨਾ ਮੈਂ ਭਰਮ ਭੁਲੇਖਿਆਂ ਵਿੱਚ ਫਸਿਆ ਪਿਆ, ਡਾਊਟ ਵਿੱਚ ਫਸਿਆ ਪਿਆ, ਕਨਫਿਊਜ਼ਨ ਵਿੱਚ ਫਸਿਆ ਪਿਆ, ਪਤਾ ਨਹੀਂ ਕਿਤਨੇ ਜਗ੍ਹਾ ਮੈਂ ਫਿਰ ਰਿਹਾ। ਇਸ ਭਵਜਲ ਸਾਗਰ ਦੇ ਵਿੱਚ ਮੈਨੂੰ ਡਾਇਰੈਕਸ਼ਨ ਚਾਹੀਦੀ ਹੈ। I need to, as has been rightly said, how do I dispel my doubts, my confusion? ਉਹਦੇ ਵਿੱਚ ਸਾਨੂੰ ਲੜੀ ਵਾਂਗ ਸਾਡੇ ਵੀਰ ਸੁਰਨਜੀਤ ਸਿੰਘ ਜੀ ਲੈ ਕੇ ਚੱਲਣਗੇ ਕਿ ਇਹ the whole exercise is the process. It is not an instant journey. It is not a spontaneous journey. It is a process of your thought and your mind and intellect be focused on to the Almighty Lord। और उस नु किस तरीके दे नाल मैं फोकस होके अपने डाउट्स नु दूर करके ते ओदे दर्शन कर पावां। आओ वीर जी सुरनजीत जी सांझ करो। आज दा टॉपिक भरमे भूला दह दिस धावै, ओनू असी अपने डाउट्स नु दूर करके लेट अस सी दैट असी जिन्नियां बहुत सारियां डायरेक्शनां विच घूम रहे हैं, अपने आप ਨੂੰ ਪਰਮ ਲਿਖਿਆਂ ਚ ਪਾਇਆ ਹੋਇਆ ਹੈ, ਉਹਦੇ ਵਿੱਚੋਂ ਫੋਕਸ ਹੋ ਕੇ ਅਸੀਂ ਜਾਗਰਿਤ ਹੋਈਏ। ਓਵਰ ਟੂ ਯੂ ਵੀਰ ਸੁਰਨਜੀਤ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਬਹੁਤ ਬਹੁਤ ਸਵਾਗਤ ਹੈ। ਜਿਵੇਂ ਕਿ ਚਰਨਜੀਤ ਵੀਰ ਜੀ ਨੇ ਹੁਣੇ ਦੱਸਿਆ, ਅੱਜ ਅਸੀਂ ਲਾਈਫ ਮੋਡਿਊਲ 9 ਸ਼ੁਰੂ ਕਰਨ ਜਾ ਰਹੇ ਹਾਂ। ਇਸ ਸੀਰੀਜ਼ ਵਿੱਚ ਟੋਟਲ 12 ਮੋਡਿਊਲਸ ਹੈ ਤੇ 9, 10th, 11, 12th ਸਾਡੇ ਰਹਿ ਗਏ ਸੀਰੀਜ਼। ਔਰ ਜੋ ਅੱਜ ਦਾ ਟੌਪਿਕ ਹੈ ਉਹ ਸਾਹਮਣੇ ਸਕਰੀਨ ਤੇ ਹੀ ਹੈ। ਭਰਮੇ ਭੂਲਾ ਦਹਿ ਦਿਸ ਧਾਵੈ, deluded by doubts one may wander around in 10 different directions। ਇਹ ਜੋ ਪੰਕਤੀ ਹੈ ਉਹ ਸੁਖਮਨੀ ਸਾਹਿਬ ਤੋਂ ਹੈ। ਔਰ ਗੁਰੂ ਅਰਜਨ ਪਾਤਸ਼ਾਹ ਬੜੇ ਕਲੀਅਰ ਵਰਡਸ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਕਿ ਅਗਰ ਕਿਸੇ ਜਗ੍ਹਾ ਤੇ ਕੋਈ ਵੀ ਭਰਮ ਹੋ ਜਾਏ ਤੇ ਫਿਰ ਇਨਸਾਨ ਉਹ ਕਿਸੇ ਵੀ ਗਲਤ ਡਾਇਰੈਕਸ਼ਨ ਦੇ ਵਿੱਚ ਵੀ ਜਾ ਸਕਦਾ ਹੈ। ਕਿਉਂਕਿ ਇਹ ਬਹੁਤ ਜਾਣਕਾਰ ਸੰਗਤ ਹੈ ਜਿਹਨੂੰ ਅਸੀਂ ਐਡਰੈਸ ਕਰ ਰਹੇ ਹਾਂ। ਹੋ ਸਕਦਾ ਇਹਨਾਂ ਨੂੰ ਸਾਰੇ ਕੁਐਸਚਨ ਦੇ ਆਨਸਰ ਪਹਿਲੇ ਵੀ ਪਤਾ ਹੋਣ ਤੇ ਬਹੁਤ ਥੋੜੀ ਡਿਸਕਸ਼ਨ ਦੀ ਜ਼ਰੂਰਤ ਹੋਏ। ਪਰ ਕਿਉਂਕਿ ਇਹ ਕੁਐਸਚਨ ਸਾਨੂੰ ਯੂਥ ਨੇ ਪੁੱਛੇ ਸੀ, ਬੱਚਿਆਂ ਨੇ ਪੁੱਛੇ ਸੀ ਤੇ ਅਸੀਂ ਉਹਨਾਂ ਦੀ ਇੱਕ ਕੈਟੇਗਰੀ ਬਣਾਈ ਉਹਨਾਂ ਕੁਐਸਚਨ ਦੀ ਜੋ ਡਾਊਟਸ ਨਾਲ ਰਿਲੇਟਡ ਸਨ, ਜੋ ਧਰਮ ਦੇ ਮਾਰਗ ਤੇ ਹੋ ਸਕਦੇ ਹਨ। ਆਮ ਜ਼ਿੰਦਗੀ ਦੇ ਵਿਚਕਾਰ ਜਦੋਂ ਕੋਈ ਭਰਮ ਭੁਲੇਖਾ ਹੁੰਦਾ ਤੇ ਸਾਨੂੰ ਕੋਈ ਨਾ ਕੋਈ ਵਿਦਵਾਨ ਸਾਨੂੰ ਠੀਕ ਰਾਹ ਪਾ ਦਿੰਦਾ, ਸਾਡੀ ਮਿਸਟੇਕ ਨੂੰ ਕਰੈਕਟ ਕਰ ਦਿੰਦਾ। ਪਰ ਜੋ ਸਪਿਰਿਚੁਅਲਿਟੀ ਦੇ ਮਾਰਗ ਤੇ ਅਗਰ ਕੋਈ ਭੁਲੇਖਾ ਹੋ ਜਾਏ ਤੇ ਕਈ ਵਾਰ ਇਨਸਾਨ ਬਹੁਤ ਦੂਰ ਨਿਕਲ ਜਾਂਦਾ ਔਰ ਫਿਰ ਉਹ ਭੁਲੇਖਾ ਹੀ ਰਹਿ ਜਾਂਦਾ ਹੈ ਔਰ ਕਈ ਵਾਰ ਅਸੀਂ ਆਪਣੇ ਸਹੀ ਰਸਤੇ ਤੋਂ ਵੀ ਭਟਕ ਸਕਦੇ ਹਾਂ। ਸੋ ਅੱਜ ਦਾ ਇਹ ਟੌਪਿਕ ਸ਼ੁਰੂ ਕਰਦੇ ਹਾਂ। ਤੇ ਜੋ ਪਹਿਲੇ ਦੇ 8 ਟੌਪਿਕ ਸੀ ਉਹਦੇ ਵਿੱਚ ਅਸੀਂ ਜਿਵੇਂ ਕਿ ਹਾਊ ਰੇਅਰ ਇਜ਼ ਬੀਇੰਗ ਹਿਊਮਨ, ਉਸ ਤੋਂ ਇਲਾਵਾ ਅਸੀਂ ਫੇਥ ਐਂਡ ਫਿਲਾਸਫੀ ਤੇ ਲਾਈਫ ਦੇ ਪਰਪਸ ਤੇ ਹੁਕਮ ਉੱਤੇ ਔਰ ਜੋ ਗੁਰੂ ਨਾਨਕ ਸਾਹਿਬ ਦਾ ਦੱਸਿਆ ਮਾਰਗ ਹੈ, ਨਾਮ ਜਪੋ ਕਿਰਤ ਕਰੋ ਵੰਡ ਛਕੋ, ਉਸ ਨੂੰ ਲੈ ਕੇ ਵੈਲਿਊਜ਼ ਐਂਡ
ਕੁਆਲਿਟੀਜ਼ ਤੇ ਡਿਸਕਸ਼ਨ ਕੀਤੀ ਸੀ। ਜੋ ਸਾਡਾ ਲਾਸਟ ਟੌਪਿਕ ਸੀ ਉਹ ਸੀ ਮਿਸਟਰੀਜ਼ ਦੇ ਉੱਤੇ। ਸੋ ਇਜ਼ ਗੋਡ ਮਿਸਟੀਰੀਅਸ। ਸੋ ਅੱਜ ਦਾ ਜੋ ਟੌਪਿਕ ਹੈ ਉਹ ਡਾਊਟਸ ਦੇ ਉੱਤੇ ਰਿਲੇਟਡ ਹੈ। ਔਰ ਇਹਦੇ ਵਿੱਚ ਇੱਕ ਬੜੇ ਸਾਡੇ ਵਿਦਵਾਨ ਹੋਏ ਹਨ, ਅਮਰੀਕਨ ਫਿਲੋਸਫਰ ਕੈਲਿਲ ਗਿਬਰਾਨ। ਉਹਨਾਂ ਦਾ ਕਹਿਣਾ ਹੈ ਕਿ ਪਰਪਲੈਕਸਿਟੀ ਇਜ਼ ਦਾ ਬਿਗਨਿੰਗ ਆਫ ਦਾ ਨੌਲੇਜ, ਕਿ ਜਦੋਂ ਇਨ ਚੀਜ਼ਾਂ ਕਨਫਿਊਜ਼ਨ 'ਚ ਅਸੀਂ ਚਲੇ ਜਾਈਏ ਜਾਂ ਜਟਿਲਤਾ ਆ ਜਾਏ ਤੇ ਉੱਥੇ ਨੌਲੇਜ ਦੀ ਐਕਚੁਅਲ ਦੇ ਵਿੱਚ ਸ਼ੁਰੂਆਤ ਹੁੰਦੀ ਹੈ। ਅਗਰ ਸਾਡੇ ਮਾਈਂਡ 'ਚ ਕਦੀ ਕੋਈ ਕੁਐਸਚਨ ਹੀ ਨਹੀਂ ਆਇਆ ਤੇ ਫਿਰ ਇਹਦਾ ਮਤਲਬ ਅਸੀਂ ਬਹੁਤ ਗਹਿਰਾਈ ਤੱਕ ਜਾ ਵੀ ਨਹੀਂ ਰਹੇ। ਅਸੀਂ ਸਿਰਫ ਸੁਣ ਲੈਂਦੇ ਹਾਂ, ਅਸੀਂ ਕਹਿ ਦਿੱਤਾ ਹਾਂਜੀ ਤੁਸੀਂ ਕਹਿ ਦਿੱਤਾ ਸਮਝ ਆ ਗਿਆ, ਪਰ ਅਨਲੈਸ ਸਾਨੂੰ ਚੀਜ਼ਾਂ 'ਚ ਕੁਛ ਨਾ ਕੁਛ ਸਮਝਣ ਲਈ ਕੁਐਸਚਨ ਮਾਈਂਡ 'ਚ ਨਹੀਂ ਆ ਰਹੇ ਔਰ ਥੋੜਾ ਅਸੀਂ ਕਨਫਿਊਜ਼ ਨਹੀਂ ਹਾਂ ਤੇ ਸਹੀ ਮਾਇਨੇ 'ਚ ਅਸੀਂ ਗਹਿਰਾਈ ਵਿੱਚ ਨਹੀਂ ਜਾਵਾਂਗੇ। ਤੇ ਉਸ ਫਿਲਾਸਫਰ ਦੇ ਹਿਸਾਬ ਨਾਲ ਜੋ ਪਰਪਲੈਕਸਿਟੀ ਹੈ, ਜੋ ਕਿ ਜਟਿਲਤਾ ਹੈ, ਉਹ ਜੋ ਕਨਫਿਊਜ਼ਨ ਹੈ, ਉੱਥੋਂ ਹੀ ਐਕਚੁਅਲ ਨੌਲੇਜ ਦੀ ਸ਼ੁਰੂਆਤ ਹੁੰਦੀ। ਜਦੋਂ ਉਸ ਜਟਿਲਤਾ ਨੂੰ ਅਸੀਂ ਖੋਲ੍ਹਦੇ ਹਾਂ ਤੇ ਫਿਰ ਅਸੀਂ ਜ਼ਿਆਦਾ ਗਹਿਰਾਈ ਤੱਕ ਵੀ ਪਹੁੰਚ ਜਾਂਦੇ ਹਾਂ। ਔਰ ਇਸ ਦੇ ਇੱਕ ਛੋਟੇ ਜਿਹੇ ਇੰਟਰੋਡਕਸ਼ਨ ਦੇ ਤੌਰ ਤੇ ਹੈ ਕਿ ਸਮਥਿੰਗ ਵਿਚ ਕੈਨੋਟ ਬੀ ਸੈਡ ਹੈਡ ਟੂ ਬੀ ਸੈਡ। ਜੋ ਗੁਰੂ ਸਾਹਿਬਾਨ ਦੇ ਅੱਗੇ ਚੈਲੰਜ ਹੀ ਹੋਏ ਸੀ ਕਿ ਉਹ ਕਿਹਾ ਜਾ ਰਿਹਾ ਜਿਹਨੂੰ ਕਿ ਕਿਹਾ ਹੀ ਨਹੀਂ ਜਾ ਸਕਦਾ। ਗੁਰੂ ਸਾਹਿਬ ਆਪ ਮੰਨਦੇ ਹਨ ਇਸ ਗੱਲ ਨੂੰ ਕਿ ਪਰਮਾਤਮਾ ਨੂੰ ਪੂਰਾ ਵਿਆਖਿਆਨ ਨਹੀਂ ਕੀਤਾ ਜਾ ਸਕਦਾ। ਔਰ ਉਹ ਗੱਲਾਂ ਜਿਹੜੀਆਂ ਕਿ ਸਪਿਰਿਚੁਅਲ ਵਰਲਡ ਦੀਆਂ, ਉਹ ਸਾਡੀ ਡਿਕਸ਼ਨਰੀ 'ਚ ਵਰਡਸ ਹੀ ਨਹੀਂ ਹੈ ਜੋ ਸਪਿਰਿਚੁਅਲ ਐਕਸਪੀਰੀਅੰਸ ਨੂੰ ਐਕਸਪਲੇਨ ਕੀਤਾ ਜਾਏ। ਸੋ ਇੱਕ ਤਰ੍ਹਾਂ ਦੀ ਲਿਮਿਟੇਸ਼ਨ ਹੈ, ਕਿਉਂਕਿ ਜਾਂ ਤੇ ਸਪਿਰਿਚੁਅਲ ਵਰਲਡ ਦੀ ਡਿਕਸ਼ਨਰੀ ਬਣੇ ਜਿਹਨੂੰ ਉਹ ਲੋਕ ਸਮਝ ਸਕਣ ਜੋ ਸਪਿਰਿਚੁਅਲਿਟੀ ਦੇ ਮਾਰਕ ਹਨ, ਔਰ ਐਸਾ ਹੋਏਗਾ ਨਹੀਂ ਕਿਉਂਕਿ ਉਹ ਜੋ ਆਪਸ ਸਮਝ ਸਕਦੇ ਨੇ ਉਹਨਾਂ ਨੂੰ ਸ਼ਾਇਦ ਵਰਡਸ ਦੀ ਲੋੜ ਹੀ ਨਹੀਂ ਪੈਂਦੀ। ਦੂਸਰੀ ਗੱਲ ਫਰਕ ਜਿੱਥੇ ਆ ਜਾਂਦਾ ਹੋਇਆ ਕਿ ਗੁਰੂ ਸਾਹਿਬ ਜਿਸ ਗਹਿਰਾਈ ਤੇ ਹਨ ਉਸ ਗਹਿਰਾਈ ਤੇ ਅਸੀਂ ਹਾਂ ਨਹੀਂ, ਕਿਉਂਕਿ ਜਦੋਂ ਉਹ ਕੋਈ ਗੱਲ ਕਹਿਣਗੇ ਉਹ ਹਜ਼ਾਰਾਂ ਲੱਖਾਂ ਸਿਚੁਏਸ਼ਨ ਦੇ ਲਈ ਠੀਕ ਹੋਏਗੀ। ਅਸੀਂ ਕਈ ਵਾਰ ਸੋਚਾਂਗੇ ਮੇਰੀ ਸਿਚੁਏਸ਼ਨ ਲਈ ਕਿਹਾ ਗਿਆ, ਪਰ ਉਹ ਗੱਲ ਇੰਨੀ ਉਚਾਈ ਤੋਂ ਕਹੀ ਗਈ ਹੋਏਗੀ ਔਰ ਇੰਨੀ ਗਹਿਰਾਈ ਤੋਂ ਨਿਕਲ ਕੇ ਆਏਗੀ ਕਿ ਸਾਡੇ ਔਰ ਉਹਨਾਂ ਦੇ ਸਮਝਣ ਦੇ ਤਲ ਵਿੱਚ ਇੱਕ ਫਰਕ ਰਹੇਗਾ ਤੇ ਕਿਤੇ ਨਾ ਕਿਤੇ ਕਨਫਿਊਜ਼ਨਸ ਆ ਸਕਦੇ ਹਨ। ਸੋ ਇਹਨਾਂ ਹੀ ਕਨਫਿਊਜ਼ਨਸ ਨੂੰ ਥੋੜੇ ਜਿਹੇ ਕੁਐਸਚਨਸ ਹੈ, ਕਰੀਬ 7-8 ਮੇਜਰ ਕੁਐਸਚਨ ਸੀ, ਉਹਨਾਂ ਨੂੰ ਅਸੀਂ ਲੈ ਕੇ ਤੇ ਡਿਸਕਸ ਕਰਨ ਜਾ ਰਹੇ ਹਾਂ। ਤੇ ਜੋ ਪਹਿਲਾ ਸਵਾਲ ਸੀ ਕਿ ਕੀ ਜ਼ਿਆਦਾ ਮਹੱਤਵਪੂਰਨ ਹੈ, ਸਿਮਰਨ ਜਾਂ ਸੇਵਾ? ਵਟ ਇਜ਼ ਮੋਰ ਇੰਪੋਰਟੈਂਟ, ਮੈਡੀਟੇਸ਼ਨ ਔਰ ਸਰਵਿਸ? ਕਿਉਂਕਿ ਸਾਨੂੰ ਜੋ ਮਾਰਗ ਦਿੱਤਾ ਗਿਆ ਉਹ ਇੱਕ ਕੰਬੀਨੇਸ਼ਨ ਹੈ, ਉਹ ਮੈਡੀਟੇਸ਼ਨ ਔਰ ਸਰਵਿਸ ਦਾ ਇੱਕ ਕੰਬੀਨੇਸ਼ਨ ਹੈ। ਤੇ ਅਸੀਂ ਇਹ ਦੇਖੀਏ ਕਿ ਜੋ ਸਾਨੂੰ ਦੋ ਮਾਰਗ ਦਿੱਤੇ ਹਨ ਗੁਰੂ ਸਾਹਿਬਾਨ ਨੇ, ਉਹਦੇ ਵਿਚਕਾਰ ਸਿਮਰਨ ਔਰ ਸੇਵਾ ਦੋਨਾਂ ਦੀ ਹੀ ਬਹੁਤ ਜ਼ਿਆਦਾ ਵੈਲਿਊ। ਅਗਰ ਅਸੀਂ ਬਾਣੀ ਪੜ੍ਹਦੇ ਹਾਂ ਤੇ ਜਗ੍ਹਾ ਜਗ੍ਹਾ ਤੇ ਸਾਨੂੰ ਸਿਮਰਨ ਨਾਲ ਜੋੜਿਆ ਗਿਆ, ਨਾਮ ਨਾਲ ਜੋੜਿਆ ਗਿਆ ਜਾਂ ਸੇਵਾ ਨਾਲ ਜੋੜਿਆ ਗਿਆ। ਤੇ ਜੋ ਸਿਮਰਨ ਦਾ ਮਾਰਗ ਹੈ ਉਹ ਇੱਕ ਡਾਇਰੈਕਟ ਪਰਮਾਤਮਾ ਦੇ ਨਾਲ ਕਨੈਕਟ ਹੈ, ਔਰ ਡਾਇਰੈਕਟ ਕਨੈਕਟ ਹੈ, ਇਹਦੇ ਵਿਚਕਾਰ ਕੋਈ ਨਹੀਂ ਹੈ। ਇੱਕ ਸਾਡੀ ਜੋ ਆਤਮਿਕ ਅਵਸਥਾ ਹੈ ਔਰ ਜੋ ਅਸੀਂ ਪਰਮਾਤਮਾ ਦੇ ਨਾਲ ਗੱਲਾਂ ਕਰਦੇ ਹਾਂ, ਜੋ ਪਰਮਾਤਮਾ ਦੇ ਬੇਅੰਤ ਗੁਣਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਜਿਸ ਤਰ੍ਹਾਂ ਦੇ ਨਾਲ ਵੀ ਅਸੀਂ ਪਰਮਾਤਮਾ ਨੂੰ ਸਮਝਦੇ ਹਾਂ, ਜਿਸ ਵੀ ਤਰ੍ਹਾਂ ਅਸੀਂ ਸਿਮਰਨ ਕਰਕੇ ਕਨੈਕਟ ਹੋਣਾ ਚਾਹੁੰਦੇ ਹਾਂ, ਇੱਕ ਡਾਇਰੈਕਟ ਮਾਰਗ ਹੈ। ਔਰ ਇਨਡਾਇਰੈਕਟ ਮਾਰਗ ਹੈ ਸੇਵਾ ਦਾ, ਕਿ ਅਸੀਂ ਜੋ ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਹੈ, ਉਹਦੇ ਬਣਾਏ ਹੋਏ ਜੀ ਹੈ, ਉਹਨਾਂ ਦੀ ਸੇਵਾ ਕਰਦੇ ਹਾਂ, ਉਹਨਾਂ ਵਿੱਚ ਹੀ ਪਰਮਾਤਮਾ ਦੇਖਦੇ ਹਾਂ। ਤੇ ਉਹਨਾਂ ਵਿੱਚ ਪਰਮਾਤਮਾ ਨੂੰ ਜੋ ਅਸੀਂ ਦੇਖ ਕੇ ਜੋ ਅਸੀਂ ਸੇਵਾ ਕਰਦੇ ਹਾਂ, ਉਹ ਪਰਮਾਤਮਾ ਨਾਲ ਜੁੜਨ ਦਾ ਇੱਕ ਤਰ੍ਹਾਂ ਦਾ ਇਨਡਾਇਰੈਕਟ ਮਾਰਗ ਹੈ। ਇਹਨੂੰ ਅਸੀਂ ਇੱਕ ਐਗਜ਼ਾਮਪਲ ਦੇ ਤੌਰ ਤੇ ਵੀ ਕਹਿ ਸਕਦੇ ਹਾਂ। ਮੰਨ ਲਓ ਕੋਈ ਆਰਟਿਸਟ ਹੈ ਔਰ ਇੱਕ ਉਹਦਾ ਆਰਟ ਵਰਕ ਹੈ, ਇਹ ਆਰਟਿਸਟ ਹੈ ਔਰ ਇਹ ਆਰਟ ਵਰਕ ਹੈ। ਅਸੀਂ ਕਿਉਂਕਿ ਰੱਬ ਦੀ ਫੋਟੋ ਨਹੀਂ ਬਣਾਉਂਦੇ ਤੇ ਇੱਕ ਬਾਹਰ ਦੀ ਐਗਜ਼ਾਮਪਲ ਲਈ ਹੈ। ਤੇ ਅਸੀਂ ਮੰਨ ਲਓ ਆਰਟਿਸਟ ਨੂੰ ਬਹੁਤ ਪਿਆਰ ਕਰਦੇ ਹਾਂ, ਆਰਟਿਸਟ ਨਾਲ ਜੁੜਨਾ ਚਾਹੁੰਦੇ ਹਾਂ, ਤੇ ਅਸੀਂ ਆਰਟਿਸਟ ਨਾਲ ਡਾਇਰੈਕਟ ਜੁੜਨ ਦੀ ਵੀ ਕੋਸ਼ਿਸ਼ ਕਰ ਸਕਦੇ ਹਾਂ। ਪਰ ਹੋ ਸਕਦਾ ਡਾਇਰੈਕਟ ਜੁੜਨ ਦਾ ਸਾਡਾ ਕੋਈ ਰਸਤਾ ਬਹੁਤ ਸਪਸ਼ਟ ਨਾ ਹੋਏ, ਫਿਰ ਅਸੀਂ ਜੋ ਉਹਦਾ ਆਰਟ ਵਰਕ ਹੈ ਉਹਦੀ ਪ੍ਰਸ਼ੰਸਾ ਕਰਦੇ ਹਾਂ, ਉਹਨੂੰ ਅੱਗੇ ਲੈ ਕੇ ਜਾਂਦੇ ਹਾਂ। ਉਹ ਵੀ ਇੱਕ ਆਰਟਿਸਟ ਨਾਲ ਹੀ ਜੁੜਨ ਦਾ ਤਰੀਕਾ ਹੈ। ਸੋ ਵੈਦਰ ਅਸੀਂ ਆਰਟਿਸਟ, ਜਿਵੇਂ ਕਿ ਪਰਮਾਤਮਾ ਖੁਦ ਇੱਕ ਆਰਟਿਸਟ ਹੈ, ਪਰਮਾਤਮਾ ਨਾਲ ਜੁੜ ਰਹੇ ਹਾਂ, ਜਾਂ ਪਰਮਾਤਮਾ ਦਾ ਜੋ ਆਰਟ ਵਰਕ ਹੈ, ਜੋ ਪਰਮਾਤਮਾ ਦੀ ਸ੍ਰਿਸ਼ਟੀ ਹੈ, ਉਹਦੀ ਸੇਵਾ ਦੇ ਥਰੂ ਪਰਮਾਤਮਾ ਨਾਲ ਜੁੜ ਰਹੇ ਹਾਂ। ਇਹ ਉਸੇ ਤਰ੍ਹਾਂ ਹੀ ਹੈ ਜਿਵੇਂ ਕਿ ਇੱਕ ਡਾਇਰੈਕਟ ਰਸਤਾ ਔਰ ਇੱਕ ਇਨਡਾਇਰੈਕਟ ਰਸਤਾ ਹੈ। ਤੇ ਇਹ ਦੇਖਦੇ ਹਾਂ ਕਿ ਗੁਰਬਾਣੀ ਦੇ ਕੀ ਵਿਚਾਰ ਹਨ ਇਹਨਾਂ ਦੋਨਾਂ ਰਸਤਿਆਂ ਬਾਰੇ। ਜੋ ਪਹਿਲਾ ਮਾਰਗ ਹੈ ਸਿਮਰਨ ਦਾ, ਉੱਥੇ ਗੁਰੂ ਸਾਹਿਬਾਨ ਨੇ ਫਰਮਾਇਆ ਹੈ, ਏਕ ਚਿਤ ਜਹ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ।
ਇਹ ਮੈਡੀਟੇਸ਼ਨ ਦਾ ਰਸਤਾ ਹੈ, ਇਹ ਡਾਇਰੈਕਟ ਜੁੜਨ ਦਾ ਰਸਤਾ ਹੈ, ਇਹ ਸਿਮਰਨ ਦਾ ਰਸਤਾ ਹੈ। ਤੇ ਗੁਰੂ ਸਾਹਿਬਾਨ ਨੇ ਫਰਮਾਇਆ ਕਿ ਏਕ ਚਿਤ ਜੈ ਹੂ ਵਿਦ ਸਿੰਗਲ ਮਾइंडेडनेस contemplates on him for a fleeting moment, मतलब एक fleeting moment मतलब आया और गया। अगर उतने नाल भी असी किसी तरह नाल उहदे नाल कनेक्ट बना लिया, वो फिर कनेक्ट साडा टुटदा नहीं, फिर वो परमानेंट कनेक्ट है और फिर असी पा गए जो पाना सी। परमात्मा नाल एक क्षण दा कनेक्ट भी बहुत है, फिर साडी जीवन बदल जांदा, जीवन च टोटल परिवर्तन आ जांदा है। और ये अपने आप दे विच एक तरह दा कंप्लीट मार्ग है। अगर असी देखिए तो इहदे च कुछ ये नहीं कि कुछ होर करन दी लोड़ है, ये बिल्कुल कंप्लीट मार्ग है। एक चित जय एक चिंत्यायो काल फास के बीच ना आयो, बिल्कुल स्ट्रेट लाइन है, स्पष्ट लाइन है, कितने भी कोई एम्बीग्यूटी नहीं। हुण असी गल करिए दूसरे मार्ग दी, जो सेवा दा मार्ग है, वो सी लव फॉर क्रिएटर, इसी लव फॉर हिज क्रिएशन। ते इत्थे भी असी बहुत बार पहले भी डिस्कस कर चुके हैं पंक्ति, सेवा करत होए नहकामी तिसका होत प्राप्त स्वामी, कि सेवा नू उतनी ऊंचाई तक उठा दिता कि वो नाकामी हो गया, वो सैल्फलैस हो गया, कंप्लीटली सैल्फलैस हो गया, वो अपनी होंद नू ही एक तरह नाल खत्म कर लिया। और जो उस अवस्था ते पहुंचा है उसनू भी परमात्मा प्राप्त हो जाता है। मार्ग बड़ी क्लियरली दस्या, ये मार्ग भी कंप्लीट मार्ग है। दुनिया च ऐसे बहुत सारे शख्स होए हैं जिन्हां ने अपने आप नू टोटली निस्वार्थ कर लिया, और सानू जिस तरह बाणी दी सेध विच पता लगता है वो डेफिनेटली परमात्मा दी गोद विच ही जाके बैठे हैं। हुण साडे कोल जदों ये दो मार्ग हन ते सानू ये समझना है कि ये किस तरह नाल एक दूसरे दे नाल की कोई हेल्प करते हैं। जिवें कि सिमरन दा मार्ग है और सेवा दा मार्ग है, जदों जदों इंसान सिमरन दे विच लगेगा उहदे लई एक तरह नाल सेवा करना बहुत आसान हो जाता है। जिहड़ा बंदा परमात्मा नाल जुड़दा जांदा है वो हर चीज़ विच परमात्मा नूं आहिस्ता आहिस्ता देखण लग जांदा है, और उहदी इस परमात्मा दे जीआं दी सेवा करके वो एक तरह नाल उहनूं सपोर्ट मिलदी है। मतलब जो नाम च जुड़िया है वो सेवा दे विच जुड़ना उहदे लई सौखा हो जाता है। और कुछ शख्स हैं जो सेवा च जुड़े हैं, जो सेवा च जुड़े हैं उन्हां लई फिर नाम दा रस्ता भी सौखा हो जाता है। दैट मीनस ये दोनों एक दूसरे नूं सपोर्ट करते हैं, दे कॉम्पलीमेंट ईच अदर, दे हेल्प अस कि असी जितना फास्ट उस डायरेक्शन च जा सकी जिथे परमात्मा नाल कनेक्ट हो सकते हैं। तो जो सेवा और सिमरन है वो चाहे अपने आप विच पूर्ण रस्ते हैं, पूर्ण रस्ते होंदे, पूर्ण मार्ग होंदे हुए भी साडे कोल जो गुरु साहबान ने अगे चल के समझाया कि सानू दो रस्तियां ते चलण लई क्यों कहा गया, वो असी समझण दी कोशिश करनी है। ते एक ते है कि जो असी ये समझ के चलिए कि अगर असी सेवा कर रहे हैं या सिमरन कर रहे हैं तो वो इस तरह होएगा जिवें असी एक पैर दे उत्ते जंप करने की कोशिश कर रहे हैं। सो इफ वी आर जंपिंग ऑन वन फुट इट इज़ लाइक डूइंग सेवा और डूइंग सिमरन। तो यही चीज़ अगर सानू कई कहे कि दोनों पैरों ते चलना सौखा हुंदा है, सो व्हेन वी आर वॉकिंग ऑन 2 फीट दैट मीनस सेवा एंड सिमरन असी दोनों विच लग सकते हैं। तो सेवा विच भी और सिमरन च जदों असी चलते हैं तो उस तरह है जिवें कि असी दो पैरों ते चल रहे हैं। जे असी सिर्फ कहिए कि सिर्फ ते सिर्फ सिमरन करांगे या सिर्फ ते सिर्फ सेवा ही करांगे, सिमरन नहीं करांगे, तो उस मार्ग ते उस तरह चलना है जिवें कि असी जंप मार मार के एक पैर ते चलण की कोशिश कर रहे हैं। तो सानू गुरु साहबान ने दोनों ही मार्ग खोल के दसे कि दोनों मार्गां ते चलो, सेवा विच भी और सिमरन विच भी। वो इस तरह कि दोनों पैरों ते चलना थोड़ा आसान हो जाता है। अदरवाइज जंप कर करके भी असी कितने पहुंच सकते हैं, पर वो मार्ग दोनों अगर कल्ले कल्ले लैके चलांगे तो औखा हो जाएगा। जे हुण असी देखिए तो ये जिहड़े दो रस्ते हैं और असी वापस चल के देखते हैं गुरु नानक साहब ने सानू दोनों रस्तियां नाल किस तरह जोड़िया, या गुरु अर्जन साहब ने नाम जपो किरत करो वंड छको। तो इत्थे हर को नाम जप और किरत करो वंड छको है निर्मल करम है। हर को नाम जप निर्मल करम, ये निर्मल करम होर कुछ नहीं सेवा है, और नाम जपना तो सिमरन है ही है। सो सिमरन एंड सेवा दोनों तरफों अगर असी देखिए, गुरु नानक साहब ने भी जदों नाम जपो किरत करो वंड छको क्या, तो नाम जपो दे नाल नाल जिथे सिमरन है किरत करो वंड छको दा भी सानू कॉन्सैप्ट लैके आए और सानू सेध दिती है कि तुसी सेवा भी करनी है, किरत करो वंड छको दे थ्रू। और वही गुरु अर्जन साहब कह रहे हैं हर को नाम जप
निर्मल कर्म, अपने जो निर्मल कर्म है वो सेवा के तौर पर। तो इस करके असीं ये देखते हैं कि गुरु साहबान हैज़ प्रेस्क्राइब्ड बोथ ऑफ दैम टू बी परफॉर्म्ड साइड बाय साइड। नाम जपो सेवा च लग जाओ, सेवा करो नाम च लग जाओ। सो ये बहुत ही सानू क्लीयर संदेश है। एक ये नहीं कहा गया तुसी सिर्फ एक ते लगो, हालांकि ये भी गुरु साहब ने क्लीयर किया कि एक अपने आप पूरा मार्ग है, वो कंप्लीट रास्ता है, पर वो थोड़ा औखा रास्ता है। एक मार्ग ते चलांगे तो असीं शायद थक जावांगे, जिवें कि एक पैर ते असीं जंप करके चलण की कोशिश कर रहे हैं। ते इत्थे सानू जो एक तरह नाल साडा जो बेसिक क्वेश्चन सी वो ये सी कि इन्हां विचों ज़्यादा इंपॉर्टेंट की है, नाम जपना या सेवा करना। पहले तो सानू ये क्लैरिटी चाहिए है कि दोनों ही करने हैं। हुण सवाल ये आएगा कि कौन किस दे लई कितना ज़्यादा तो ज़्यादा वक्त निकाल के जल्दी कनैक्ट हो सकता है। कोई कहेगा कि मैं नाम जप के जल्दी कनैक्टेड फील करदा परमात्मा नाल, ते वो नाम ज़्यादा जपे। कोई सोचेगा कि मैं सेवा करके परमात्मा नाल कनैक्टेड फील करदा, तो वो सेवा करके करे। ऐसा कुछ नहीं दसिया कि दोनों ते 50-50 चलना है। कोई हो सकता है 10% 90% वाला केस होए, कोई 30% 70% वाला केस होए। तो असी किस तरह अपना जो जीवन व्यतीत कर रहे हैं नाम सिमर के या सेवा करके। पर अल्टीमेटली की है कि जो नाम है वो सेवा बन जाना चाहिए, और जो सेवा है वो नाम बन जानी चाहिए। सेवा नूं सानू उस लैवल ते उपर उठाना है कि सानू ये लगे कि ये हुण असीं परमात्मा दा नाम ही लै रहे हैं। इत्थे भी गुरु साहबान दे कई शब्द आए हैं जिथे कहा गया कि सेवा नूं नाम दे, तां ही क्या सेवा करत होए नहकामी। नहकामी वही हो सकता है जो अपने आप नूं अपनी ईगो नूं टोटली खत्म कर दे। जो अपनी ईगो नूं खत्म करेगा तो अगे की है, सिर्फ परमात्मा। दैट मीन्स वो नाम दे नाल जुड़िया होया। ते किते ना किते जो सेवा करदे करदे भी उस सेवा नूं इस तरह उपर उठाना है कि असी अपने आप नूं ईगोलैस हो जाइए और परमात्मा सानू हर चीज़ में दिखाई दे। इंज लगे कि जिवें असी परमात्मा दा नाम ही ले रहे हैं। सो नाम सिमरन और सेवा ये दोनों ते बहुत ज़्यादा एम्फेसिस है। हुण ये भी हो सकता है कोई बजुर्ग हैं वो शायद फिजिकली इतनी सेवा ना कर सकन। एक एज है, तुसी हुण शायद फाइनैशियली हेल्प कर सकते हो किसी दी, अपने विचारां नाल हेल्प कर सकते हो, अकली कीचे दान। सेवा बहुत तरह की है, तो जिस भी तरह की सेवा कर पा रहे हैं, जितनी कर पा रहे हैं ठीक है। हो सकता है वो नाम सिमरन च ज़्यादा लगा पान समा। और कोई हैं जो बहुत ज़्यादा एक्टिव हैं, मोबाइल हैं, वो सोचते हैं मैं जगह जगह पहुँच के भी सेवा दे सकदा, और वो जिस सेवा ते ज़्यादा समा भी लगाना चाहते हैं। सो इहदे विचों कोई एक पर्टिकुलर रस्ता ज़्यादा इंपॉर्टेंट नहीं है। दोनों दे दोनों रस्ते बहुत खूबसूरत हैं, दोनों इंपॉर्टेंट ने। तुसी नाम वाल ज़्यादा जुड़ना चाहो नाम नाल जुड़ो, सेवा नाल जुड़ना चाहो सेवा नाल जुड़ो। दे बोथ कॉम्प्लीमेंट ईच अदर। सो ये एक तरह का कॉन्सैप्ट है जिन्होंने सानू समझना बहुत जरूरी सी। हुण अगे क्वेश्चन जो सानू पूछा गया सी, बच्चों ने ही पूछा सी कि परमात्मा की तस्वीर तो बगैर ध्यान किवें करिए। कि साडे ते मतलब एक तरह की मनाही भी है कि परमात्मा की कोई तस्वीर नहीं है, ना ही सानू कोई परमात्मा की तस्वीर बनानी है। तो जिस दी असी तस्वीर ही नहीं बनावांगे उहदे विच ध्यान किस तरह लगाइए। ये अपने आप एक बड़ा वैलिड क्वेश्चन है, और ये सारे जितने असी क्वेश्चन लै रहे हैं किते ना किते वो आपस विच कनैक्टेड क्वेश्चनस भी हैं। तो जदों असी ये चीज़ समझना चाहते हैं तो सानू सबसे पहले एक ओंकार का स्वरूप जो असी पहले डिस्कस कर चुके हैं उन्होंने फिर तो एक बार ध्यान नाल देखना पेगा। जिथे है एक ओंकार, ओंग इज बेसिकली निराकार परमात्मा, कार इज क्रिएशन। सो क्रिएटर एंड क्रिएशन, ओंग एंड कार इज क्रिएशन। सो दोनों को मिला दिए तो एक हो जाते हैं। तो जो परमात्मा है वो उदा निराकार स्वरूप, उदा साकार स्वरूप, जितनी भी सृष्टि है और जो परमात्मा उदे पीछे फोर्स काम कर रही है परमात्मा है, दोनों के मिलान नूं ही एक ओंकार किया गया है। सो क्रिएटर प्लस क्रिएशन एक निर्गुण फॉर्मलेस स्वरूप है और एक सरगुण जो कि फॉर्म्ड स्वरूप है। सो एक ओंकार का स्वरूप ही है एक ओंकार, ओंग एंड कार, क्रिएटर एंड क्रिएशन, वो दोनों नूं मिला के एक हो जाता है। हुण असी अगे समझण की कोशिश करते हैं कि जिहदा ध्यान असी लगाना है वो किस तरह लगाइए। असी वैसे सोचिए असी कोई भी मान लो सानू एक टैलीफोन आंदा है और एक बड़े अननोन जने का फोन है, तो जदों असी फोन चुकते हैं तो साडे माइंड च एक पिक्चर बननी शुरू हो जाती है कि ये मेल वॉइस है या फीमेल वॉइस है,
किस एज ग्रुप दे है। इस तरह के साडे माइंड कुछ अपने आप सानू लोड़ नहीं पैंदी, एक ध्यान लगना शुरू हो जाता दूसरे एंड ते जिन्हों असीं कदी नहीं देखा। पर परमात्मा दा ते वो भी देखा जाए तो परमात्मा दे लई साडे लई उस तरह की भी पिक्चर नहीं बनती। साडे माइंड कोई ऐसी पिक्चर है ही नहीं जिहड़ी असीं कह सकीए असीं परमात्मा दी बनांदे हां। फिर असीं किस तरह ध्यान लगाना। एक तो जो पहली चीज़ है, असीं कदी परमात्मा दा कोई भी किसी शख्सियत के तौर पर जिवें वो बिल्कुल भी सानू पिक्चर नहीं बनाने की कोशिश करनी चाहिए कि कोई बहुत बजुर्ग चिट्टी दाड़ी वाले किसी वड्डे सिंघासन ते शायद परमात्मा बैठा है। साडे कॉन्सैप्ट विच वो बिल्कुल भी अलाउड नहीं है, बिल्कुल परमिटेड नहीं है कि असीं वो जी पिक्चर बनाई है। और उसका एक कारण ये भी है कि परमात्मा किसनू किस रूप दे विच मिलेगा, वो सब वक्रे वक्रे रूप होंगे। क्योंकि अगर असी माइंड पिक्चर बना ली और असी उसी पिक्चर नू लभदे रहे परमात्मा नू कि इस तरह का हुंदा है परमात्मा, फिर शायद असी धोखा खा जाएंगे। फिर सानू परमात्मा जदों वो जिहा नहीं दिखेगा और साडे सामने परमात्मा होएगा, असी उन्होंने परमात्मा कहण तो भी मना कर देंगे क्योंकि साडे माइंड च ऑलरेडी एक पिक्चर है। इस करके गुरु साहबान ने कहा अगर तुसी एक फिक्स्ड पिक्चर बना के रब दी या परमात्मा दी चल रहे हो, फिर जीवन दे विच धोखा हो सकता है। क्योंकि परमात्मा नाल जदों सामना सामना होएगा इंसान दा, वो परमात्मा किसी भी रूप दे विच हो सकता है। वो असी अगे चल के देखिए तो गुरु साहबान ने आप ही एक क्वेश्चन उठाता सी, ये नहीं कि एक क्वेश्चन साडे माइंड च आंदा है। गुरु साहबान ने खुद ही ये सवाल उठा दिता, तिस रूप न रेख अदृष्ट कहो जन क्यों ध्याइए। उदा कोई रूप नहीं, उदी कोई फॉर्म नहीं है, उदे फीचर्स नहीं है, उदा कोई आउटलाइन नहीं है, वो कुछ भी नहीं है, तो किस तरह ध्याया जाए। ये सवाल सिर्फ एक आम दुनियावी जीव के मन च जो हुंदा है, गुरु साहबान ने इस सवाल नू बड़ी दी इंपॉर्टेंस समझी और इस चीज की इंपॉर्टेंस समझते हुए इस सवाल नू बाणी दे विच उठा दिता। इस रूप न रेख अदृष्ट कहो जन क्यों ध्याइए। किस तरह जन जो लोग उहदे ध्यानगे उन्होंने। इसी शब्द दे विच चलदे चलदे एक आखिरी पंक्ति दे विच इहदा जवाब भी दे दिता और वो जवाब सी गुर पूरे वे खालिया गुर सेवा पाइए। जे सानू उत्थे तक पहुंचना है तो फिर सानू जो गुरु का दसिया मार्ग है उहदे विच सेवा दे विच अगर असी लग जाएंगे, फिर परमात्मा का सानू स्वरूप भी समझ आ जाएगा। परमात्मा किस तरह लगता है, किस तरह दिखता है, किस तरह ध्यान है, वो सानू आहिस्ता आहिस्ता साडा जो जीवन जाच है उस तो परमात्मा का स्वरूप भी सामने आएगा। तो गुरु साहब ने खुद ही ये सवाल उठाता सी और खुद ही उसका जवाब भी उसी शब्द दे विच दिता है। सो द परफेक्ट गुरु हैज रिवील्ड हिम टू मी। जो सतगुरु है उन्हें मैनू वो परमात्मा किहो जिहा वो भी दिखा दिता। और दिखाया किस तरह, जदों मैं सेवा च लग गया, जदों परमात्मा दे जियां दी सेवा दे विच लग गया। हुण वो जिहड़ी चीज़ है जदों असीं सेवा च लगदे हां, उस तो एक जो साडा मार्ग है, असीं जिन्हों हमेशा ही कहा प्रेम का मार्ग है। असीं नाम जपो किरत करो वंड छको नूं भी कहा सी कि जो नाम जपना है वो परमात्मा नाल प्यार है, किरत करो वंड छको है उहदी क्रिएशन दे नाल प्यार है। सो सारी कहानी प्रेम दी है। साच कहो सुन लियो सबे जिन प्रेम कियो तिन ही प्रभ पायो। ते सेवा दे विच प्रेम दा इतना गहरा महत्व है और प्रेम नू अगेन उस लैवल ते उठाना जिथे कि वो नाम या ध्यान भी बन जाए। सो जिस तरह की साडे कोल भाई कन्हैया जी की साखी आती है कि उन्होंने कहा कि मैनू तो हर एक इंसान दे विच गुरु दिखता है। वो सेवा च लगे लगे दुश्मन और अपना देख ही नहीं रहे। सो ये बड़ी एक यूनीक जी एग्जाम्पल है। दुनिया च इतनी सोहनी एग्जाम्पल ढूंढना बहुत मुश्किल है जिथे गुरु साहबान नू वो हर शख्स दे विच देख रहे हैं। और गुरु साहबान ने भी कहा जिथे सिर्फ उन्होंने पानी ना पिलाओ, जदों साडी जंग नहीं छिड़ी हुई उस वेले चाहे तुसी उन्होंने मलम भी लगाओ। तो गुरु साहबान ने उन्होंने कहा तुसी ये मलम या ऑइंटमेंट है, जितने जख्मी होण चाहे दुश्मन दे ही होण उन्होंने तुसी मलम भी लगानी है, क्योंकि साडी लड़ाई असूलों की है, किसी इंसान नाल नहीं है। तो एक बहुत ही खूबसूरत साखी है। और असी भाई कन्हैया जी ने जो भी करके दिखाया वो किसी आम मनुख लिए ऑलमोस्ट इंपॉसिबल ही है। और असी हुण देखते हैं कि असी किस रूप दे विच परमात्मा नू मिल सकते हैं, असी नहीं जानते। हो सकता है परमात्मा सानू एक बहुत ही निमाणे जे गरीब बच्चे दे विचकार उन्होंने देखते ही सानू परमात्मा दिखाई दे। ये हो सकता है सानू एक बालक जो सुत्ता होया जिन्हें अपनी माँ की उंगली पकड़ी हुई, उसकी उंगली पकड़न के ढंग नाल सानू उहदे च परमात्मा दिख जाए। ये भी हो सकता है सानू किते फुल्लां दे विच परमात्मा दिख जाए।
ਤੇ ਜਦੋਂ ਅਸੀਂ ਸੇਵਾ ਭਾਵ ਨਾਲ ਕਿਸੇ ਵੀ ਚੀਜ਼ ਨੂੰ ਦੇਖ ਰਹੇ ਹਾਂ, ਇਹ ਉਹ ਸਭ ਪਰਮਾਤਮਾ ਦਾ ਹੀ ਰੂਪ ਦੇਖਣਗੇ। ਉਹਦੇ ਵਿੱਚ ਸਾਨੂੰ ਪਰਮਾਤਮਾ ਦੀਆਂ ਪਹਿਲੇ ਝਲਕਾਂ ਮਿਲਣਗੀਆਂ, ਫਿਰ ਅਸੀਂ ਪਰਮਾਤਮਾ ਨੂੰ ਸਾਖਸ਼ਾਤ ਤੌਰ ਤੇ ਵੀ, ਜਿਸ ਤਰ੍ਹਾਂ ਵੀ ਗੁਰੂ ਸਾਹਿਬਾਨ ਸਾਨੂੰ ਮਾਰਗ ਤੇ ਪਾਣਗੇ, ਅਸੀਂ ਪਰਮਾਤਮਾ ਦੇ ਦਰਸ਼ਨ ਵੀ ਕਰ ਸਕਦੇ ਹਾਂ। ਸੋ ਇਹ ਇੱਕ ਤਰ੍ਹਾਂ ਦਾ ਪੂਰਾ ਜੋ ਧਿਆਨ ਦੀ ਵਿਧੀ ਹੈ, ਉਹ ਸਾਡੇ ਗੁਰੂ ਸਾਹਿਬਾਨ ਨੇ ਇੱਕ ਅਲੱਗ ਤਰ੍ਹਾਂ ਦੇ ਧਿਆਨ ਦੀ ਵਿਧੀ ਦਿੱਤੀ ਹੈ ਕਿ ਤੁਹਾਨੂੰ ਸੇਵਾ ਕਰਦੇ ਕਰਦੇ ਜ਼ਰੂਰ ਪਰਮਾਤਮਾ ਦੀਆਂ ਝਲਕਾਂ ਮਿਲਣਗੀਆਂ। ਗੁਰ ਪੂਰੇ ਵੇਖਾਲਿਆ ਗੁਰ ਸੇਵਾ ਪਾਈਏ। ਜਦੋਂ ਤੁਸੀਂ ਸੇਵਾ 'ਚ ਹੋ, ਤੁਹਾਨੂੰ ਆਹਿਸਤਾ ਆਹਿਸਤਾ ਕਰਦੇ ਕਰਦੇ ਪੂਰਾ ਪਰਮਾਤਮਾ ਵੀ ਮਿਲ ਸਕਦਾ ਹੈ। ਸੋ ਇਹ ਇੱਕ ਤਰ੍ਹਾਂ ਦਾ ਕਨਸੈਪਟ ਹੀ ਹੈ। ਹੁਣ ਇੱਕ ਕੁਐਸਚਨ ਹੋਰ ਸੀ ਕਿ ਸਾਨੂੰ ਇੱਕ ਅਪਰਾਧੀ ਦੀ ਵੀ ਸੇਵਾ ਕਰਨੀ ਚਾਹੀਦੀ ਹੈ। ਬਈ ਜੇ ਹਰ ਇੱਕ ਨੂੰ ਅਸੀਂ ਇਕੁਐਲਿਟੀ ਦੀ ਗੱਲ ਕਰ ਰਹੇ ਹਾਂ, ਤੇ ਕੋਈ ਕ੍ਰਿਮੀਨਲ ਮੰਨ ਲਓ ਸਾਡੇ ਸਾਹਮਣੇ ਕਿਸੇ ਨੇ ਮਰਡਰ ਕੀਤਾ, ਤੇ ਕੀ ਅਸੀਂ ਉਹਦੀ ਸੇਵਾ ਵੀ ਕਰਾਂਗੇ? ਇਹ ਵੀ ਸਾਨੂੰ ਇੱਕ ਸਵਾਲ ਪੁੱਛਿਆ ਗਿਆ ਸੀ। ਤੋ ਬੇਸਿਕਲੀ ਅੱਜ ਦੀ ਦੁਨੀਆ ਦੇ ਵਿਚਕਾਰ ਕਈ ਕਨਸੈਪਟ ਆਏ ਹਨ ਜੋ ਇਸ ਚੀਜ਼ ਨੂੰ ਐਕਸਪਲੇਨ ਕਰਦੇ ਨੇ, ਪਰ ਗੁਰੂ ਸਾਹਿਬਾਨ ਨੇ 500 ਸਾਲ ਪਹਿਲਾਂ ਹੀ ਐਕਸਪਲੇਨ ਕਰ ਦਿੱਤਾ ਸੀ। ਜੋ ਵੀ ਇਹ ਮਨੁੱਖ ਹੈ, ਉਹ ਇੱਕ ਤਰਫੋਂ ਤੇ ਅਪਰਾਧੀ ਔਰ ਦੂਸਰੀ ਤਰਫੋਂ ਉਹ ਹਿਊਮਨ ਬੀਇੰਗ ਵੀ ਹੈ। ਉਹਨੇ ਅਗਰ ਕੁਝ ਗਲਤ ਕੰਮ ਕੀਤਾ, ਕੋਈ ਚੋਰੀ ਕੀਤੀ, ਡਕੈਤੀ ਕੀਤੀ ਹੈ, ਕੋਈ ਮਰਡਰ ਕੀਤਾ, ਜੋ ਵੀ ਕੀਤਾ, ਕ੍ਰਿਮੀਨਲ ਤੇ ਉਹ ਹੈ, ਔਰ ਉਹ ਹੁੰਦੇ ਹੋਏ ਇੱਕ ਹਿਊਮਨ ਬੀਇੰਗ ਵੀ ਹੈ। ਤੇ ਸਾਨੂੰ ਜੋ ਉਹਦੇ ਕ੍ਰਿਮੀਨਲ ਐਸਪੈਕਟ ਹੈ, ਉਹਨੂੰ ਉਸੇ ਤਰ੍ਹਾਂ ਡੀਲ ਕਰਨਾ ਹੈ ਜਿਵੇਂ ਕਿ ਕ੍ਰਿਮੀਨਲ ਨਾਲ ਡੀਲ ਕਰੀਦਾ ਹੈ, ਔਰ ਜੋ ਉਹ ਇੱਕ ਮਨੁੱਖ ਹੈ, ਉਹਨੂੰ ਉਸੇ ਤਰ੍ਹਾਂ ਡੀਲ ਕਰਨਾ ਹੈ ਜਿਵੇਂ ਕਿ ਸਾਨੂੰ ਇੱਕ ਮਨੁੱਖ ਦੇ ਨਾਲ ਡੀਲ ਕਰਨਾ ਹੈ, ਯਾਨੀ ਕਿ ਹਿਊਮਨ ਰਾਈਟਸ ਦੀ ਇੱਥੇ ਗੱਲ ਕਰ ਰਹੇ ਹਾਂ। ਔਰ ਜੋ ਅਪਰਾਧੀ ਹੈ, ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਜੋ ਸਜ਼ਾ ਬਣਦੀ ਹੈ, ਉਹ ਸਜ਼ਾ ਵੀ ਉਹਨੂੰ ਮਿਲੇ। ਔਰ ਅਸੀਂ ਇਹ ਦੇਖੀਏ ਕਿ ਅਗਰ ਉਸ ਕਿਤੇ ਅਪਰਾਧੀ ਬਿਮਾਰ ਹੋ ਗਿਆ, ਕੁਝ ਹੋ ਗਿਆ, ਤੇ ਉਹਨੂੰ ਉਹੀ ਸੇਵਾ ਮਿਲੇ ਜੋ ਦੂਸਰੇ ਪੇਸ਼ੈਂਟਸ ਨੂੰ ਮਿਲਦੀ ਹੈ। ਉੱਥੇ ਸਾਨੂੰ ਫਰਕ ਨਹੀਂ ਕਰਨਾ, ਉੱਥੇ ਸਾਨੂੰ ਐਜ਼ ਏ ਹਿਊਮਨ ਬੀਇੰਗ ਹੀ ਉਹਨੂੰ ਟ੍ਰੀਟ ਕਰਨਾ ਹੈ। ਸੋ ਸਾਨੂੰ ਅਲੱਗ-ਅਲੱਗ ਦੋ ਤਰੀਕੇ ਨਾਲ ਡੀਲ ਕਰਨਾ ਪਏਗਾ। ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਉਹ ਆਪਣੀ ਕ੍ਰਿਮੀਨੈਲਿਟੀ ਨੂੰ ਛੱਡ ਦੇਵੇ, ਅਪਰਾਧ ਕਰਨੇ ਛੱਡ ਦੇ, ਔਰ ਜੋ ਐਜ਼ ਏ ਹਿਊਮਨ ਬੀਇੰਗ ਸਾਨੂੰ ਲੈਣਾ, ਅਗਰ ਮੰਨ ਲਓ ਬਿਮਾਰ ਹੋ ਜਾਂਦਾ, ਤੇ ਸਾਨੂੰ ਬਿਲਕੁਲ ਉਸੇ ਤਰ੍ਹਾਂ ਹੀ ਟ੍ਰੀਟਮੈਂਟ ਦੇਣਾ ਚਾਹੀਦਾ ਹੈ ਜਿਵੇਂ ਅਸੀਂ ਇੱਕ ਹਿਊਮਨ ਬੀਇੰਗ ਨੂੰ ਦਿੰਦੇ ਹਾਂ। ਤਾਂ ਇੱਥੇ ਇੱਕ ਕਨਸੈਪਟ ਹੈ ਜਿਹਦੇ ਪਿੱਛੇ ਬਹੁਤ ਸਾਰੇ ਇਕੁਐਲਿਟੀ ਦੇ ਨਾਲ ਕੁਐਸਚਨ ਆਉਂਦੇ ਆ, ਜਿੱਥੇ ਅਸੀਂ ਅੱਜ ਕੱਲ੍ਹ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ ਕਿ ਬੜੀਆਂ ਸਾਰੀਆਂ ਸੰਸਥਾਵਾਂ ਨੇ ਜੋ ਹਿਊਮਨ ਰਾਈਟਸ ਲਈ ਫਾਈਟ ਕਰ ਰਹੀਆਂ ਨੇ, ਔਰ ਉਹ ਵੀ ਦੇਖਦੇ ਨੇ ਕਿ ਈਵਨ ਜੇਲ੍ਹ ਦੇ ਅੰਦਰ ਵੀ ਪ੍ਰੋਵੀਜ਼ਨ ਵਗੈਰਾ ਖਾਣ ਪੀਣ ਦੇ ਪ੍ਰੋਪਰ ਹੋਣ, ਕਿਉਂਕਿ ਉਹ ਹਿਊਮਨ ਰਾਈਟ ਹੈ, ਉਹਨੂੰ ਉਹ ਸਭ ਮਿਲਣਾ ਚਾਹੀਦਾ। ਸੋ ਸਾਨੂੰ ਵੀ ਇਸੇ ਤਰ੍ਹਾਂ ਦੀ ਸੇਧ ਹੈ ਕਿ ਅਸੀਂ ਇਕੁਐਲਿਟੀ ਦੇ ਨਾਲ ਹੀ ਉਹਨਾਂ ਨੂੰ ਟ੍ਰੀਟ ਕਰਨਾ ਹੈ, ਔਰ ਜੋ ਦੂਸਰਾ ਐਸਪੈਕਟ ਹੈ ਉਹਨੂੰ ਵੀ ਟ੍ਰੀਟ ਕਰਨਾ। ਦੈਟ ਮੀਨਸ ਅਸੀਂ ਅਗਰ ਉਹਨੂੰ ਜੇਲ੍ਹ ਵਿੱਚ ਹੋਣਾ ਚਾਹੀਦਾ ਤੇ ਉਹ ਵੀ ਠੀਕ ਹੈ, ਪਰ ਅਸੀਂ ਐਜ਼ ਏ ਹਿਊਮਨ ਬੀਇੰਗ ਉਹਨੂੰ ਕਦੀ ਇਗਨੋਰ ਨਾ ਕਰੀਏ ਕਿ ਇਹਦੇ ਰਾਈਟਸ ਘਟ ਗਏ ਕਿਉਂਕਿ ਇਹ ਕ੍ਰਿਮੀਨਲ ਹੈ। ਸੋ ਇਹ ਐਸਪੈਕਟ ਵੀ ਸਾਨੂੰ ਨਾਲ ਲੈ ਕੇ ਚੱਲਣਾ ਪਏਗਾ। ਇੱਕ ਕੁਐਸਚਨ ਸਾਨੂੰ ਆਇਆ ਸੀ ਕਿ ਗੁਰਬਾਣੀ ਦੇ ਵਿੱਚ ਕੋਈ ਵਿਰੋਧਾਭਾਸੀ ਸੰਦੇਸ਼ ਹਨ, ਔਰ ਸਾਨੂੰ ਜਦੋਂ ਇਹ ਕੁਐਸਚਨ ਆਇਆ ਸੀ ਤੇ ਨਾਲ ਦੇ ਨਾਲ ਐਗਜ਼ਾਮਪਲਸ ਦੇ ਤੌਰ ਤੇ ਵੀ ਪੁੱਛਿਆ ਗਿਆ ਸੀ ਕਿ ਇਹ ਐਗਜ਼ਾਮਪਲਸ ਹਨ ਕਿ ਜਿੱਥੇ ਸਾਨੂੰ ਲੱਗਦਾ ਹੈ ਗੁਰਬਾਣੀ ਦੇ ਵਿਚਕਾਰ ਕੰਟਰਡਿਕਸ਼ਨਸ ਹਨ ਜਾਂ ਵਿਰੋਧਾਭਾਸ ਹੈ। ਫਿਰ ਸਾਨੂੰ ਥੋੜਾ ਜਿਹਾ ਅਸੀਂ ਟਾਈਮ ਲੈ ਕੇ ਸਟੱਡੀ ਕੀਤਾ ਔਰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹ ਗੁਰਬਾਣੀ ਦੇ ਵਿਚਕਾਰ ਜੋ ਲਿਖਿਆ ਹੈ ਕਿ ਵਾਕਈ ਉਹ ਕੰਟਰਡਿਕਸ਼ਨ ਹੈ। ਤੇ ਇਹ 3-4 ਐਗਜ਼ਾਮਪਲਸ ਦੇ ਥਰੂ ਅਸੀਂ ਇਸ ਕੁਐਸਚਨ ਸਮਝਣ ਦੀ ਕੋਸ਼ਿਸ਼ ਕਰਾਂਗੇ। ਇੱਕ ਐਗਜ਼ਾਮਪਲ ਸੀ ਕਿ ਪ੍ਰਭ ਕੀ ਅਕਥ ਕਹਾਣੀ ਜਨ ਬੋਲਾ ਹੈ ਅੰਮ੍ਰਿਤ ਬਾਣੀ, ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ। ਇਹਦੇ ਪ੍ਰਭ ਦੀ ਜੋ ਕਹਾਣੀ ਉਹ ਕਹੀ ਨਹੀਂ ਜਾ ਸਕਦੀ, ਪਰ ਨਾਲ ਹੀ ਅਗਲੀ ਪੰਕਤੀ 'ਚ ਲਿਖਿਆ ਜਨ ਬੋਲੇ ਅੰਮ੍ਰਿਤ ਬਾਣੀ, ਪਰ ਉਹਦੇ ਜਨ ਤੇ ਬੋਲਦੇ ਆ। ਜਿਹੜੀ ਚੀਜ਼ ਬੋਲੀ ਨਹੀਂ ਜਾ ਸਕਦੀ ਉਹਨੂੰ ਬੋਲਣ ਦੀ ਕੋਸ਼ਿਸ਼ ਵੀ ਕਰ ਰਹੇ। ਔਰ ਪੂਰਾ ਦਾ ਪੂਰਾ ਅਸੀਂ ਗੁਰੂ ਗ੍ਰੰਥ ਸਾਹਿਬ ਦੇਖੀਏ ਤੇ ਗੁਰੂ ਸਾਹਿਬ ਆਪ ਕਹਿੰਦੇ ਆ ਉਹ ਅਕਥ ਹੈ, ਉਹਦੇ ਬਾਰੇ ਨਹੀਂ ਕਿਹਾ ਜਾ ਸਕਦਾ, ਪਰ ਫਿਰ ਕਹਿੰਦੇ ਵੀ ਹੈ। ਮੂਲ ਮੰਤਰ ਦੀ ਸ਼ੁਰੂਆਤ ਹੀ ਕਹਿਣ ਤੋਂ ਹੁੰਦੀ ਹੈ, ਇੱਕ ਓਂਕਾਰ ਸਤਨਾਮ ਕਰਤਾ ਪੁਰਖ। ਉਸ ਅਕਥ ਦੇ ਬਾਰੇ ਕਿਹਾ ਵੀ ਜਾ ਰਿਹਾ ਹੈ। ਸੋ ਇਜ਼ ਇਟ ਅ ਕੰਟਰਡਿਕਸ਼ਨ ਇਨ ਇਟਸੈਲਫ? ਮਤਲਬ ਇੱਕ ਸਵਾਲ ਸੀ, ਕਿਸੇ ਨੇ ਪੁੱਛਿਆ ਤੇ ਅਸੀਂ ਕਿਹਾ ਚਲੋ ਇਸ ਤਰ੍ਹਾਂ ਦੇ ਕੁਐਸਚਨਸ ਵੀ ਮਾਈਂਡ 'ਚ ਆ ਸਕਦੇ ਨੇ। ਸੋ ਬੇਸਿਕਲੀ ਇੱਥੇ ਜੋ ਕਿਹਾ ਜਾ ਰਿਹਾ ਹੈ ਕਿ ਜੋ ਇਨਐਕਸਪ੍ਰੈਸਿਬਲ ਹੈ ਉਹਦੇ ਬਾਰੇ ਫਿਰ ਵੀ ਕੁਝ ਜ਼ਰੂਰ ਕਿਹਾ ਜਾ ਸਕਦਾ ਹੈ। ਇਸ ਕਰਕੇ ਕਿਹਾ ਜਾਣਾ ਕਿਉਂਕਿ ਅਸੀਂ ਉਸ ਇਨਐਕਸਪ੍ਰੈਸਿਬਲ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ।
और जे उहदे नाल जोड़ना है तो सानू उहदे बारे अगर पूरा नहीं किया जा सकता तो सानू कुछ ना कुछ फिर भी कहना पेगा। प्रभ की अकथ कहानी जन बोला है अमृत बाणी, नानक दास वखाणी। नानक कह रहे ने उहदे दासां ने उन्होंने विखाया, उन्होंने विखाण किया, उन्होंने समझाने की कोशिश की है। और गुरपूरे ते जानी ये गल असी गुरु तो ही समझी है कि इनएक्सप्रैसिबल होंदियां होया भी असी उहदे बारे कुछ ना कुछ कहीए। और साडा ते सारा मार्ग ही है कि जिथे असी परमात्मा दे गुण गाने हैं और अपने आप च कॉन्ट्राडिक्शन नहीं है। उहदा सिर्फ इतनी क्यों गल है कि मान लो कोई जने जिन्हें कोई चीज नहीं खाधी, मान लो उन्हें खीर नहीं खाधी ਤੇ ਅਸੀਂ ਉਹਨੂੰ ਖੀਰ ਦਾ ਸਵਾਦ ਦੱਸਣਾ ਤੇ ਇਹ ਕਹਿ ਦਿਆਂਗੇ ਮਿੱਠਾ ਹੁੰਦਾ ਹੈ, ਇਹਦੇ ਨਾਲ ਮਿਲਦਾ ਜੁਲਦਾ ਹੁੰਦਾ ਹੈ, ਕੁਝ ਹੁੰਦਾ, ਉਹਨੂੰ ਕਿਸੇ ਖੀਰ ਦਾ ਸਵਾਦ ਤੇ ਨਹੀਂ ਦੱਸ ਸਕਦੇ, ਪਰ ਅਸੀਂ ਉਹਨੂੰ ਮੋਟੀਵੇਟ ਕਰ ਸਕਦੇ ਹਾਂ ਕਿ ਉਹ ਵੀ ਅੱਛੀ ਚੀਜ਼ ਹੈ, ਖਾ ਲਵੇ। ਸੋ ਉਤਨਾ ਕੁ ਐਕਸਪ੍ਰੈਸ ਕਰਨਾ ਜ਼ਰੂਰੀ ਹੋ ਜਾਂਦਾ ਹੈ। ਉਹ ਕੰਟਰਡਿਕਸ਼ਨ ਨਹੀਂ ਹੈ। ਮੰਨ ਲਿਆ ਉਹ ਅਕਥ ਹੈ, ਕੋਈ ਵੀ ਦੁਨੀਆ ਦਾ ਟੇਸਟ ਹੈ, ਉਹਨੂੰ ਅਸੀਂ ਬੁੱਕ ਵਿੱਚ ਨਹੀਂ ਐਕਸਪਲੇਨ ਕਰ ਸਕਦੇ, ਇਤਨਾ ਨਮਕੀਨ ਨੂੰ ਵੀ ਨਹੀਂ ਐਕਸਪਲੇਨ ਕਰ ਸਕਦੇ। ਇਹ ਸਿਰਫ ਐਕਸਪੀਰੀਐਂਸ਼ੀਅਲ ਚੀਜ਼ ਹੈ, ਸਾਨੂੰ ਆਪਣੇ ਜ਼ਿੰਦਗੀ ਦੇ ਵਿੱਚ ਐਕਸਪੀਰੀਅੰਸ ਦੇ ਨਾਲ ਹੀ ਸਿਰਫ ਸਮਝ ਆ ਸਕਦੀ ਹੈ। ਬਟ ਉਸ ਐਕਸਪੀਰੀਅੰਸ ਤੱਕ ਜਾਣ ਲਈ ਅਗਰ ਕਿਸੇ ਨੂੰ ਮੋਟੀਵੇਟ ਕਰਨਾ ਹੈ ਤਾਂ ਫਿਰ ਉਹਨੂੰ ਕੁਛ ਨਾ ਕੁਛ ਤੇ ਸਾਨੂੰ ਕਹਿਣਾ ਪਏਗਾ। ਸੋ ਦੈਨ ਦ ਵੇ ਵੀ ਅੰਡਰਸਟੂਡ ਇਟ ਇਜ਼ ਨਾਟ ਐਟ ਆਲ ਅ ਕੰਟਰਡਿਕਸ਼ਨ। ਅਸੀਂ ਨੈਕਸਟ ਇੱਕ ਐਗਜ਼ਾਮਪਲ ਲੈਂਦੇ ਹਾਂ ਜਿੱਥੇ ਬਾਣੀ ਚ ਆਇਆ ਹੈ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। इत्थे एक ही सेंटेंस दे विच दो वर्ड आ गए आद और अनाद, ये दोनों अपोजिट वर्ड्स ने और परमात्मा दे बारे कहे जा रहे ने आद अनील अनाद अनाहत। और अगर असी इनू सुपरफिशली देखांगे तो सानू धोखा खा सकते हैं कि ये तो कॉन्ट्राडिक्शन लग रही है कि उन्होंने असी आद कह रहे हैं, उन्होंने असी अनाद भी कह रहे हैं कि जिदा कोई आद है ही नहीं है, विदाउट बिगनिंग है। और असी भी क्या शुरू तो ही है, शुरू तो है पर ਉਹਦੇ ਕੋਈ ਸ਼ੁਰੂਆਤ नहीं है। और ਬਾਣੀ ਦੇ ਵਿੱਚ ਜਦੋਂ ਵੀ ਅਸੀਂ ਜਿਤਨੇ ਵੀ ਸ਼ਬਦ ਦੇਖੇ ਔਰ ਜੋ ਸਮਝਣ ਦੀ ਕੋਸ਼ਿਸ਼ ਕੀਤੀ, ਬਾਣੀ ਦੇ ਵਿੱਚ ਜਿਤਨੀ ਜਗ੍ਹਾ ਤੇ ਵੀ ਵਰਡ ਆਦ ਆਇਆ ਹੈ, ਆਦ ਦਾ ਮਤਲਬ ਜਿੱਦਾਂ ਮੁੱਢ ਤੋਂ ਹੀ ਹੈ, ਜੋ ਹਮੇਸ਼ਾ ਹੀ ਰਿਹਾ ਹੈ, ਉਹਦਾ ਕੋਈ ਆਦ ਐਕਚੁਅਲ ਚ ਹੈ ਨਹੀਂ, ਉਹ ਤੇ ਅਨਾਦ ਹੈ। ਮਤਲਬ ਜੋ ਹਮੇਸ਼ਾ ਰਿਹਾ ਹੈ ਉਹਨੂੰ ਅਸੀਂ ਆਦ ਕਿਹਾ। ਤੇ ਆਦ ਦਾ ਜੋ ਦੂਸਰਾ ਭਾਵ ਹੈ ਉਹ ਇਹ ਨਹੀਂ ਕਿ ਜੋ ਸ਼ੁਰੂ ਤੋਂ ਹੈ, ਦੋ ਪ੍ਰਾਈਮਲ ਵਨ ਮੀਨਸ ਜੋ ਹਮੇਸ਼ਾ ਤੋਂ ਹੀ ਐਗਜ਼ਿਸਟ ਕਰਦਾ ਆ ਰਿਹਾ ਸੀ। ਇਸੇ ਕਰਕੇ ਕਈ ਵਾਰ ਅਸੀਂ ਸਹਿਬੰਗ ਦੀ ਜਦੋਂ ਵਿਆਖਿਆ ਕਰਦੇ ਹਾਂ ਤੇ ਲੋਕ ਕਹਿੰਦੇ ਜਿਨਨੇ ਆਪਣੇ ਆਪ ਨੂੰ ਪਰਮਾਤਮਾ ਨੇ ਪੈਦਾ ਕੀਤਾ। ਨਹੀਂ, ਪਰਮਾਤਮਾ ਆਪਣੇ ਆਪ ਤੋਂ ਸੀ, ਪਰਮਾਤਮਾ ਨੇ ਆਪਣੇ ਆਪ ਨੂੰ ਪੈਦਾ ਨਹੀਂ ਕੀਤਾ, ਉਹ ਆਪਣੇ ਆਪ ਤੋਂ ਹੀ ਹੈ। ਇਹਦੇ ਬਹੁਤ ਵੱਡਾ ਫਰਕ ਹੈ क्योंकि द मोमेंट वी से कि उन्हें अपने आप तो ही पैदा किया अपने नू, दैट मीनस उदा भी बर्थ होया। सो वो सानू थोड़ा जिहा ध्यान रखना है कि जदों असीं सहबंग की गल करिए तो परमात्मा हमेशा तो अपने आप तो ही सी। और ये समझना भी बहुत डिफिकल्ट है, इतना ईजी नहीं है, पर जो रियलिटी है वो यही है कि वो हमेशा तो ही सी, उसनू असीं आद वर्ड यूज़ किया है। सो इत्थे आद दा मीनिंग डिफरेंट है और डिफरेंट मीनिंग होने करके कई बार लगता है आद और अनाद कॉन्ट्राडिक्टरी वर्ड ने, इको सेंटेंस क्यों आए ने, पर वो एक्चुअल कॉन्ट्राडिक्टरी वर्ड्स नहीं है। सो ही इज विदाउट बिगिनिंग बिकॉज ही वाज ऑलवेज देयर। अपीयर्स टू बी कॉन्ट्राडिक्टरी बट इन रियलिटी दिस इज ऑल्सो इनएक्सप्रेसिबल। इनू समझाना वैसे बहुत मुश्किल है कि कोई चीज़ हमेशा तो किस तरह सी, तो वो जो परमात्मा तक पहुँचते हैं सिर्फ उसी नू ही वो ही समझ सकते हैं। बट परमात्मा हमेशा तो ही सी, उन्हें अपने आप नू पैदा नहीं किया। ही वॉज ऑलवेज देयर एंड ही विल ऑलवेज बी देयर, दैट इज द रूल। एक होर एग्जाम्पल असी लेंदे हां जिहदे च ये फील आ सकता है कि ये कॉन्ट्राडिक्टरी तो नहीं है कि सहस तव नैन नन नैन है तोहे को सहस मूरत नन नायक तोहे, कि परमात्मा तेरियां हजारां अखां फिर भी तेरी कोई अख नहीं है। सहस तव नैन, हजारा मीन्स अनगिनत अखा ने, फिर भी तेरी परमात्मा कोई अख नहीं, तेरियां हजारों फॉर्म्स हैं या अनगिनत फॉर्म्स हैं, फिर भी तुसीं तैनूं फॉर्मलैस कहंदे हैं। और अपने आप च कोई पढ़ेगा तो लगेगा कि ये कॉन्ट्राडिक्शन है कि, बट ऐसा नहीं है। इत्थे परमात्मा दे साकार और निराकार स्वरूप च दोनों विच ही गल हुई है। सो जिथे असी उन्होंने फॉर्मलैस क्या है वह निराकार स्वरूप है, और जदों असी ये क्या है कि वो फॉर्मड है, मतलब वो हर शख्स हर चीज़ हर जो चीज़ असी अपनी अखां नाल देख पा रहे हैं वो बेसिकली उहदा
फॉर्म्ड रूप है, यानी कि साकार रूप है। और निराकार और साकार दोनों रूप ਨੂੰ ਇੱਕੋ ਪੰਕਤੀ ਚ ਆਣ ਕਰਕੇ ਸ਼ਾਇਦ ਕਿਸੇ ਨੂੰ ਕੰਟਰਡਿਕਸ਼ਨ ਹੋਏ ਕਿ ਕਹਿ ਕੀ ਰਿਹਾ ਕਿ ਤੇਰੀਆਂ ਅਣਗਿਣਤ ਅੱਖਾਂ ਪਰ ਤੇਰੀ ਕੋਈ ਅੱਖ ਨਹੀਂ ਹੈ। ਸੋ ਪਰਮਾਤਮਾ ਦੀ ਕੋਈ ਅੱਖ ਨਹੀਂ ਹੈ ਦਾ ਮਤਲਬ ਹੈ ਅਸੀਂ ਨਿਰਾਕਾਰ ਪਰਮਾਤਮਾ ਦੀ ਗੱਲ ਕਰ ਰਹੇ ਹਾਂ, ਔਰ ਜਦੋਂ ਦੀਆਂ ਅਣਗਿਣਤ ਅੱਖਾਂ ਨੇ ਤਾਂ ਅਸੀਂ ਪਰਮਾਤਮਾ ਦੀ ਸਾਕਾਰ ਰੂਪ ਦੀ ਗੱਲ ਕਰ ਰਹੇ ਹਾਂ। ਸੋ ਇਸ ਕਰਕੇ ਇਹ ਕੋਈ ਕੰਟਰਡਿਕਸ਼ਨਸ ਨਹੀਂ ਹੈ। इस तरह बाणी च होर भी बहुत शब्द आएंगे। एक होर एग्जाम्पल है, ज्यादा थोड़ी ग्लेयरिंग एग्जाम्पल है, एग्जाम्पल 4 और रोज आसा दी वार विच भी आंदा। ए जग सच्चे की है कोठड़ी सच्चे का विच वास, एक ना हुक्म समाए लय एक ना हुक्मे करे विनाश। एक ते क्या कि परमात्मा का जो सृष्टि है ये सच्चे दी कोठड़ी है, उहदा घर है, सच्चे दा ही घर है, और आप सच्चा विचकार है। जिथे सच्चा आप है वो हर चीज सच हो जाएगी। एक ना हुक्म समाइल है, एक नू अपने हुक्म दे विच अपनी नाल समा लैंदा, मतलब उन्होंने बख्श लैंदा। एक ना हुक्मे करे विनाश, और बाकियां नू जिसनू नहीं करना वो फिर उन्होंने लिए एक तरह विनाश का रस्ता है। तो यह जो शब्द है इत्थे परमात्मा दी सच दी होंद, सृष्टि नू सच किया गया। और जिथे आसा दी वार विच ही एक दूसरे शब्द च किया गया कूड़ राजा कूड़ प्रजा कूड़ सब संसार, मतलब संसार नू कूड़ कहता है। हूँ कोई एक क्वेश्चन कर सकता है कि परमात्मा नू हुणे ते क्या सी ये जग सच्चे की है कोठड़ी और इत्थे कहता कूड़ सब संसार, ये किस तरह हो रहा है? और है भी दोनों आसा दी वार विच कूड़ मंडप कूड़ माड़ी कूड़ बैसनहार, कि उदे स्काई स्क्रैपर्स फॉल्स ने, उदे जो रह रहे ने फॉल्स हैं, उदियां मैंशन जो भी उन्होंने कहो तुसी, जो रूप सानू नजर आंदा है मंडप, मतलब बहुत वड्डे वड्डे मैंशनस हैं, वो सब झूठ है। सो एवरीथिंग इज ट्रू इफ ही। हुण इत्थे जो सानू फर्क देखना वो है कि अगर किसी दी चीज़ दे विचकार असी परमात्मा नू देख रहे हैं, परमात्मा दी होंद नू समझ रहे हैं, तां ते वो सच हो जाती है। जे इत्थों दी असी परमात्मा दी होंद नू ना समझिए और असी दुनियावी तौर से सिर्फ उन्होंने देखिए तो वही चीज़ झूठ हो जाती है। इनू थोड़ा जा होर समझण लई इस तरह देखांगे कि अगर कोई भी चीज़ है उहदे विचकार असी वाहिगुरु सम्मिलित ने तो वो ट्रुथ है, और कोई भी चीज़ है उहदे च वाहिगुरु माइनस हो गया वो सम्मिलित नहीं है तो वो झूठ हो जाती है। बहुत सिंपल फार्मूला है, बड़ी सिंपल इक्वेशन है। अगर उस चीज़ दे विच परमात्मा दी होंद नू, परमात्मा नू जुड़े होण नू, परमात्मा दे हथ नू, उहदे जोर नू, उहदी शक्ति नू असी समझ पा रहे हैं तां ते वो ट्रुथ है। और अगर असी उहदे बिना उन्होंने समझण की कोशिश कर रहे हैं कि पिछे परमात्मा का जोर नहीं है, उहदी फोर्स नहीं है, परमात्मा का हाथ नहीं है, वो चीज़ उसी वेले झूठ हो जाती है। इत्थे ही गुरु साहब ने कहा कि कूड़ सब संसार, मतलब दुनिया जिहड़ी है परमात्मा नू छोड़ चुकी है, परमात्मा नू भुला चुकी है, परमात्मा की होंद ते उन्हां दा कोई, तो एक तरह की वंगार के तौर पर क्या है। और ये इस तरह नाल जदों भी असीं देखांगे सानू गुरबाणी समझना, जिथे गुरबाणी झूठ और सच दे फैसले करती है साडे लिए आसान हो जाएगा। जदों भी असीं इस तरह की सिचुएशन देखिए कि झूठ और सच की गल हो रही है तो उत्थे परमात्मा का पिछे हाथ दिख रहा है तो सच हो जाती है, परमात्मा का हाथ अगर किसी को नहीं दिख रहा तो झूठ हो जाती है। कॉन्ट्राडिक्शन कोई नहीं है, एको ही तरह का सिर्फ मार्ग जो परमात्मा वाल सानू लै जांदा है उन्होंने ही समझाए। यदि असी एक एग्जाम्पल होर भी लै सकते हैं, जिवें कि घर साडे एक फैन होए और ये फैन जिहड़ा है असी ये कही जे स्विच ऑफ हो जाए तो फैन साडे लिए डैड है, और जे फैन का स्विच ऑन हो जाए प्लग लग्या होया तो वो फैन साडे लिए फैन है। वो साडे लिए फैन ही नहीं है जिहड़ा कि कनैक्टेड नहीं है। तो उसी तरह परमात्मा की कनैक्शन अगर है तो सच है, नहीं है तो झूठ है। इस फैन का कोई फायदा नहीं है, अगर पिछू स्विच ऑफ है या प्लग निकले होया तो उसका कोई मायने नहीं है। असीं उहनूं लख कहिए तू फैन है पर वो फैन किसी काम का नहीं। इसी तरह वो चीज़ झूठ हो जाती है जिहदे च असीं परमात्मा नूं नहीं देख रहे हैं या परमात्मा की होंद सानूं नहीं दिखाई दे रही। एक होर क्वेश्चन सी कि निर्लेपता दे नाल असीं डिटैच होके, मतलब कि असीं मोटिवेटेड किंज हो सकते हैं। टाइम हो गया 7:10 और आई थिंक कि सानू क्योंकि इतने ही क्वेश्चन अजे होर बच्चे हैं तो असी फिर इनू नैक्सट टाइम लेंदे हैं। अज जड़ा 40 मिनट और 20 मिनट का साडा कॉन्सैप्ट है कि 40 मिनट की डिस्कशन तो बाद 40 मिनट के प्रेजेंटेशन तो बाद 15-20 मिनट डिस्कशन दे होण ताकि 1 घंटे च कर सकीए। तो इनू इत्थे ही रोक लेंदे हैं और फिर नैक्सट जो पार्ट 2 है
ਉਹਦੇ 'ਚ ਅਸੀਂ ਰਿਮੇਨਿੰਗ ਜਿਹੜੇ ਕੁਐਸਚਨਸ ਹੈ ਉਹ ਲੈਣ ਦੀ ਕੋਸ਼ਿਸ਼ ਕਰਾਂਗੇ। तो मैं रिक्वेस्ट करांगा कि क्लोज करने की कोशिश करदा, एक्सप्लेनेशन देने ਦੇ ਵਿਚਕਾਰ ਬਹੁਤ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਹੋਣਗੀਆਂ, ਉਹਦੇ ਲਈ ਖਿਮਾ ਦਾ ਜਾਚਕ ਹਾਂ। ਔਰ ਤੁਹਾਡੇ ਵਿਚਾਰ ਜ਼ਰੂਰ ਸੁਣਨਾ ਚਾਹਾਂਗੇ। ਤੁਹਾਡਾ ਆਪਣਾ ਜ਼ਰੂਰ ਐਕਸਪੀਰੀਅੰਸ ਹੋਏਗਾ ਬਾਣੀ ਦੇ ਭਰਮ ਭੁਲੇਖਿਆਂ, ਬਾਣੀ ਦੇ ਕਰਕੇ ਜੋ ਸਾਡੇ ਮਨ 'ਚ ਭਰਮ ਭੁਲੇਖੇ ਆਉਂਦੇ ਆ, ਪਰ ਉਹ ਹੈ ਨਹੀਂ, ਕੋਈ ਕੰਟਰਡਿਕਸ਼ਨ ਨਹੀਂ ਹੈ। ਅਸੀਂ ਅੱਗੇ ਇਹ ਸਾਰੇ ਡਾਊਟਸ ਅੱਗੇ ਲੈ ਕੇ ਕੰਪਲੀਟ ਕਰਾਂਗੇ ਇਸ ਮੋਡਿਊਲ ਨੂੰ ਪਾਰਟ 2 ਦੇ ਵਿੱਚ। ਸੋ ਦਿਸ ਇਜ਼ ਵੇਅਰ ਆਈ ਫੀਲ, ਕਿਉਂਕਿ ਇਹ ਵਾਲਾ ਜੋ ਕੁਐਸਚਨ ਹੈ ਵੀ ਥੋੜਾ ਲੰਬਾ ਕੁਐਸਚਨ ਹੈ, ਇਹਦੇ 10-12 ਮਿੰਟ ਲੱਗ ਸਕਦੇ ਹਨ। ਸੋ ਇਹਨੂੰ ਉੱਥੇ ਹੀ ਹੁਣ ਅਸੀਂ ਸਮਾਪਤ ਕਰਕੇ ਫਿਰ ਪਾਰਟ 2 ਦੇ ਵਿੱਚ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਮੈਂ ਕਹਾਂਗਾ ਕਿ ਸਰਨਜੀਤ ਜੀ ਬਹੁਤ ਤਰੀਕੇ ਦੇ ਨਾਲ ਤੁਸੀਂ ਸਾਨੂੰ ਸਮਝਾਇਆ ਹੈਗਾ, ਔਰ ਵਾਕਈ ਜੋ ਤੁਸੀਂ ਜੋ ਵਾਹਿਗੁਰੂ ਲੈ ਕੇ ਪਾਇਆ ਕਿ what is actually ਕੂੜ and what is actually ਉਹ ਜਿਹੜੀ ਚੀਜ਼ ਤੁਸੀਂ ਦੱਸੀ ਹੈ, ਉਹ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਐਜ਼ ਐਨ ਆਰਕੀਟੈਕਟ ਕਿ ਕੋਈ ਅਗਰ ਮੇਰੀ ਬਿਲਡਿੰਗ ਅਗਰ ਬਿਲਕੁਲ ਗਾੜੇ ਮਿੱਟੀ ਵਿੱਚ ਹੈ ਤੇ ਉਹ ਕੂੜ ਹੈ। That is what I am trying to create against the nature, ਉਹ ਕੂੜ ਹੈ। ਔਰ ਅਗਰ ਮੈਂ ਕੋਈ ਚੀਜ਼ ਬਿਲਕੁਲ ਨੇਚਰ ਦੇ ਵਿੱਚ ਬਣ ਕੇ ਤੇ ਮੈਂ ਉਹ ਉਪਰਾਲਾ ਕਰਾਂ ਤੇ ਉਹ ਇੱਕ ਸੱਚ ਦਾ ਰੂਪ ਹੈਗਾ। ਔਰ ਦੂਸਰਾ ਜੋ ਸ੍ਰਿਸ਼ਟੀ ਦੇ ਵਿੱਚ ਜੋ ਕਹਿੰਦੇ ਮੈਂ ਜੋ ਇਹ ਸੰਸਾਰ ਜੋ ਅਸੀਂ ਦੇਖ ਰਹੇ ਹਾਂ, ਜੋ ਪ੍ਰਭੂ ਦੀ ਲੀਲਾ ਦੇ ਵਿੱਚ ਜੋ ਨੈਚੁਰਲ ਫਿਨੋਮੀਨਾ ਹੈ ਉਹ ਸੱਚ ਹੈ। ਉਹ ਅਗਰ ਬਿਨਸ ਹੈ ਤਾਂ ਵੀ ਔਰ ਅਨਬਿਨਸ ਹੈ ਤਾਂ ਵੀ ਉਹਦੇ ਵਿੱਚ ਸੱਚ ਵਿੱਚ ਆਦਮੀ ਵੀ ਆ ਜਾਂਦਾ ਹੈ, ਐਨੀ ਸਪੀਸ ਆ ਜਾਂਦੀ ਹੈਗੀ ਹੈ, ਔਰ ਲੈਂਡਸਕੇਪ ਵੀ ਆ ਜਾਂਦਾ ਹੈਗਾ। ਤੇ ਮੈਨੂੰ ਉਸ ਤਰ੍ਹਾਂ ਲੱਗਦਾ ਹੈ ਕਿ ਕੂੜ ਦੇ ਵਿੱਚ ਮੈਂ ਅੱਜ ਇੱਕ ਦੇਖ ਰਿਹਾ ਸੀ ਤੇ ਈਵਨ ਕੂੜ ਦੇ ਵਿੱਚ ਅਸੀਂ ਜੋ ਉੱਪਰ ਆਰਬਿਟ ਜਾਣ ਦੀ, ਮਾਰਸ ਜਾਣ ਦੀ ਜਿਹੜੀ ਸਾਡੇ ਸੈਟੇਲਾਈਟ ਜਾ ਰਹੇ ਹਨ, ਅੱਜ ਮੈਂ ਉਹ ਦੇਖ ਰਿਹਾ ਸੀ ਕਿ ਉਹ ਸੈਟੇਲਾਈਟ ਇਤਨੇ ਕੂੜ ਹਨ ਕਿ ਵੀ ਆਰ ਕ੍ਰੀਏਟਿੰਗ ਆਰਬਿਟ ਪੋਲਿਊਸ਼ਨ, ਉਹਨਾਂ ਦਾ ਡਿਸਟਰੋਏ ਨਹੀਂ ਹੋ ਰਿਹਾ। ਤੇ ਉਹ ਅਸੀਂ ਇਤਨਾ ਕਨਫਲਿਕਟ ਕਰ ਰਹੇ ਹਾਂ ਆਪਣੇ ਆਪ ਨੂੰ ਅਗੇਂਸਟ ਦਾ ਨੇਚਰ ਐਂਡ ਅਗੇਂਸਟ ਦਾ ਗੋਡਲੀ ਕ੍ਰੀਏਸ਼ਨ। ਤੇ ਇਹ ਬਹੁਤ ਹੀ ਵਧੀਆ ਇੱਕ ਇਨਟੇਕ ਮੈਨੂੰ ਨਜ਼ਰ ਆਇਆ। ਔਰ ਦੂਸਰਾ ਤੁਹਾਡਾ ਜਿਹੜਾ ਮੈਨੂੰ ਬਹੁਤ ਪ੍ਰਭਾਵਿਕ ਹੈਗਾ, ਜਿਹੜਾ ਕਿ ਜਿਸਨੂੰ ਅਸੀਂ ਕਹਿ ਸਕਦੇ ਹਾਂ ਕਿ ਇਟ ਇਜ਼ ਲਾਈਕ ਚਿੱਤਰ ਔਰ ਚਿੱਤਰਕਾਰ, ਦੋ ਆਈਡੈਂਟੀਫਾਈ ਤੁਸੀਂ ਕੀਤੇ ਜਿਹੜੀ ਚੀਜ਼ ਚਿੱਤਰ ਔਰ ਚਿੱਤਰਕਾਰ ਦੇ ਵਿੱਚ ਮੈਨੂੰ ਜੋ ਬਹੁਤ ਹੀ ਆਨੰਦ ਆਇਆ ਉਹਦੇ ਚ ਹੈਗਾ ਕਿ ਗੋਡ ਇਜ਼ ਦ ਚਿੱਤਰਕਾਰ ਐਂਡ ਚਿੱਤਰ ਇਜ਼ ਦ ਕ੍ਰੀਏਸ਼ਨ। ਉਹ ਜਿਹੜਾ ਕਬੀਰ ਸਾਹਿਬ ਨੇ ਜਿਹੜਾ 52 ਅੱਖਰੀ ਚ ਵੀ ਸ਼ਬਦ ਜਿਹੜਾ ਲਿਖਿਆ ਹੈ, ਚੱਚੇ ਤੋਂ ਚੱਚਾ ਚਿੱਤਰ ਚਿੱਤਰ ਹੈ ਭਾਰੀ, ਤਦ ਚਿੱਤਰੇ ਚੇਤੇ ਚਿਤਕਾਰੀ। ਤੂੰ ਜਿਤਨਾ ਮਰਜ਼ੀ ਕਰ ਲੈ, if he painted the great picture of the world, ਉਹ ਜਿਹੜੀ ਪ੍ਰਭੂ ਦੀ ਲੀਲਾ ਜਿਹੜੀ ਇਹ ਸੰਸਾਰ ਦਾ ਮੈਂ ਜਿਹੜਾ ਚਿੱਤਰਕਾਰ ਨੇ ਜੋ ਚਿੱਤਰ ਬਣਾਇਆ ਐਸਾ ਵਿਚਿੱਤਰ ਹੈ ਕਿ ਮੈਂ ਉਸ ਚਿੱਤਰ ਦੇ ਵਿੱਚ ਹੀ ਫਸ ਗਿਆ ਔਰ ਚਿੱਤਰਕਾਰ ਨੂੰ ਭੁੱਲ ਗਿਆ। ਉਹ ਫਿਰ ਕਬੀਰ ਸਾਹਿਬ ਕਹਿ ਰਹੇ ਨੇ, ਤਜ ਚਿੱਤਰੇ ਚੇਤੇ ਚਿਤਕਾਰੀ, ਚਿੱਤਰ ਬਚਿੱਤਰ ਇਹ ਅਵਛੇਰਾ, ਤਜ ਚਿੱਤਰੇ ਚਿਤ ਰਾਖ ਚਿਤੇਰਾ। ਉਹ ਕਹਿੰਦੇ this picture focus your conscious on the painter that is the creator and see the creation as his creation, और चित्रकार ਨੂੰ ਨਾ ਭੁੱਲ। I mean that is fantastic ਜੋ ਤੁਸੀਂ ਨਾਲ ਦੱਸਿਆ, really ਮਤਲਬ I appreciate। ਔਰ ਇਹ ਇੱਕ ਕਿਸਮ ਨਾਲ ਹੈ ਕਿ ਉਸ ਪ੍ਰਭੂ ਪਰਮੇਸ਼ਵਰ ਦੇ ਚਿੱਤਰਕਾਰ ਨੂੰ ਉਹਦੇ ਚਿੱਤਰਾਂ ਰਾਹੀਂ ਅਗਰ ਚੇਤ ਲਈਏ ਤੇ ਉਹੀ ਹੈ ਚੇਤਨਾ ਹੈ ਤੋ ਚੇਤ ਲੈ ਨਿਸ ਦਿਲ ਮੈਂ ਪੁਰਾਣੀ। ਉਹ philosophy of God is fantastically explained by you। ਬਹੁਤ ਬਹੁਤ ਆਨੰਦ ਆਇਆ ਵੀਰ ਜੀ, ਬਿਲਕੁਲ ਥੈਂਕਫੁਲ ਟੂ ਯੂ ਸਰ। ਫਤਿਹ ਪ੍ਰਵਾਨ ਕਰੋ ਔਰ ਅਸੀਂ ਕਲਾਸ ਨੂੰ ਅੱਜ ਇੱਥੇ ਹੀ ਕੰਕਲੂਡ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।